ਡੱਬੇ ਦਾ ਤੁਸੀਂ ਕਹਿਣਾ ਨਹੀਂ ਪੀਣਾ, ਠੀਕ ਹੈ, ਤੇ ਖਾਲਸ ਲੱਭਦਾ ਕੋ ਨਹੀਂ ਹੈ, ਉਹਦਾ ਕੀ ਕਰੀਏ? ਟੀਕੇ ਲੱਗੇ ਹੋਏ ਨੇ। ਅੱਛਾ, ਜ਼ਰੂਰੀ ਤੇ ਨਹੀਂ ਕਿ ਪੀਣਾ, ਚਾਹ ਤੇ ਪੀਣੀ ਹੈ ਨਾ। ਅੱਛਾ, ਚਾਹ ਹੀ ਖਤਰਨਾਕ ਨਹੀਂ, ਇਹ ਕਹਿੰਦੇ ਆਗੇ ਕਿ ਦੁੱਧ ਪੀਣਾ ਜ਼ਰੂਰੀ ਹੈ। ਬੱਚਿਆਂ ਨੂੰ ਕੀ ਪਿਆਈਏ? ਹੈ ਬੱਚਿਆਂ ਨੂੰ ਕੀ ਪਿਆਈਏ? ਬੱਚਿਆਂ ਨੂੰ ਉਹ ਮਾਂ ਆਪਣਾ ਦੁੱਧ ਪਿਲਾਏ ਕੁਰਾਨ ਦੇ ਮੁਤਾਬਿਕ, ਜਿਸमें ਅੱਲਾਹ ਨੇ ਉਸ ਕਿਹਾ 2 ਸਾਲ ਪਿਲਾ ਦੋ, ਬਸ ਖਤਮ ਕਹਾਣੀ। ਉਦੋਂ ਬਾਅਦ ਉਹਨੂੰ ਅੱਗੇ ਉਹਨੂੰ ਫਾਸਟ ਫੂਡ ਤੇ ਨਾ ਲੈ ਕੇ ਜਾਓ। ਉਹ ਬੱਚਾ ਹਲੇ ਛੋਟਾ ਜਿਹਾ ਵਿਚਾਰਾ, ਇੰਜ ਕਰਕੇ ਹਲੇ ਇੰਜ ਵੀ ਨਹੀਂ ਕਰਨ ਲੱਗਾ ਵਿਚਾਰਾ, ਤੇ ਮਾਂ ਨੂੰ ਲੱਗ ਪਈ ਨਾ ਸਰ, ਇਹ ਅਗਲੀ ਗੱਲ ਹੈ। ਉਹ ਸਭ ਤੋਂ ਪਹਿਲਾ ਕੰਮ ਇਹ ਬੋਟੀ ਧੋ ਕੇ ਇਹਨੂੰ ਦੇ ਦਿਓ, ਬਲਕਿ ਉਸ ਤੋਂ ਪਹਿਲੇ ਬੋਟੀ ਫਰਾਈ ਹੋ ਰਹੀ ਹੈ, ਇਹ ਲੈਗ ਪੀਸ ਦੀ ਬੋਟੀ ਦਾ ਜਿਹੜਾ ਹੱਡੀ ਆ ਨਾ, ਇਹ ਇਹਨੂੰ ਬਸ ਉੱਤੋਂ ਖਾ ਕੇ ਮਾਂ ਜਾਂ ਕੋਈ ਵੀ, ਤੇ ਬਸ ਉਹਨੂੰ ਹੱਡੀ, ਉਹਨੂੰ ਨਮਕੀਨ ਜੀ ਉਹਦੇ ਹੱਥ 'ਚ ਫੜਾ ਦਿਓ, ਉਹ ਵਿਚਾਰਾ ਚੂਸਦਾ ਰਹਿੰਦਾ। ਉਹ ਸ਼ੁਰੂ ਹੋ ਗਿਆ ਉੱਥੋਂ ਹੀ, ਸਭ ਤੋਂ ਪਹਿਲਾ ਕੰਮ ਤੇ ਉਹਦਾ ਉੱਥੋਂ ਸ਼ੁਰੂ ਹੋਇਆ ਨਾ। ਬਿਲਕੁਲ ਸਹੀ, ਬਿਲਕੁਲ ਸਹੀ। ਉਸ ਤੋਂ ਬਾਅਦ ਅਸੀਂ ਫਿਰ ਆਹਿਸਤਾ ਕਰਦੇ ਕਰਦੇ ਅਸੀਂ ਅੱਗੋਂ ਡੱਬੇ ਦੇ ਦੁੱਧਾਂ ਤੇ ਲਾਤਾ ਬੱਚਿਆਂ ਨੂੰ। ਮੈਨੂੰ ਦੱਸੋ ਹੁਣ ਇਸ ਦੌਰ ਦੇ ਵਿੱਚ ਲਿਆਓ ਨਾ ਜ਼ਰਾ ਕਿ 15.5 ਸਾਲ ਦਾ ਬੱਚਾ ਲਿਆਓ, ਚਲੋ ਇਹਨੂੰ ਛੱਡ ਦਿੰਦੇ ਆ, ਤੁਸੀਂ ਲਿਆਓ 18 ਸਾਲ ਦਾ ਬੱਚਾ, ਉਹਨੂੰ ਘੋੜੇ ਦੇ ਕੋਲ ਲੈ ਕੇ ਜਾਓ, ਉਹਨੂੰ ਕੋਈ ਘੋੜੇ ਨੂੰ ਇੱਥੋਂ ਖੋਲ ਕੇ ਉੱਥੇ ਬੰਨਣਾ ਹੈ। ਐਸੇ ਬੱਚੇ जो गांव में या जिन्होंने घोड़ा रखा हुआ है ना, उन्होंने कढ़ के मैं गल कर रहा, जरनल गल ओवरऑल हो रही है, अक्सरियत दी गल हो रही है। चंद एक नूं जरा हटा दो, लियाओ ना जिन्ने मम्मी डैडी बर्गर फैमिलियां ने, इन्हां नूं को उत्थों घोड़ा खोल के उत्थे पानी पिया के ते इत्थे बन्नना है, घोड़े दे लागे जाणगे कदी भी नहीं। ते जे इन्हां नूं घोड़सवारी करनी पै जे, जेडे लागे नहीं जाणगे घोड़सवारी की करनी, ते फिर लियाओ ना सर वो 15.5 साल दा नौजवान तकरीबन कित्थों चलिया, ओहो किधरों फतूहात करदा होया वो मर्दे मुजाहिद, जो अफगानिस्तान उन्हें फतह किया, उस तो बाद जो सिंध नूं फतह करदा होया वो दिपालपुर आ गया, दिल्ली लै गया सी कि नहीं? अगर पिछों खत ना आंदा या पिछों कोई बुला के उहदे खिलाफ साजिश ना हुंदी, वो मुहम्मद बिन कासिम लियाओ ना सर। अज ओह जी मां ते लियाओ जिहड़ी मुहम्मद बिन कासिम पैदा करे, ओह जी मां लियाओ हुण इस दौर च ਜਿਹੜੀ ਖਾਲਿਦ ਬਿਨ ਵਲੀਦ ਪੈਦਾ ਕਰੇ, ਉਹੋ ਜੀ ਮਾਂ ਲੱਭੋ ਨਾ ਜਿਹੜੀ ਹੁਣ ਇਲਾਮਾ ਇਕਬਾਲ ਜੈਸੀ ਹਸਤੀ ਪੈਦਾ ਕਰੇ। ਇਸ ਵੇਲੇ ਸਾਡਾ ਆਵੇ ਦਾ ਆਵਾ ਇੰਨਾ ਵਿਗੜ ਗਿਆ ਹੋਇਆ, ਉਸ ਦੌਰ 'ਚ ਜ਼ਰੂਰਤ ਸੀ ਆਜ਼ਾਦੀ ਦੀ, ਆਜ਼ਾਦ ਹੋਣ ਦੀ, ਤੇ ਅੱਲਾ ਨੇ ਇੱਕ ਇਕਬਾਲ ਤੁਹਾਨੂੰ ਦਿੱਤਾ ਤੇ ਉਸ ਇਕਬਾਲ ਨੇ ਆਜ਼ਾਦੀ ਦਿਲਾਤੀ। ਹੁਣ ਇਸ ਵੇਲੇ ਹਾਲਾਤ ਇਹ ਬਣ ਗਏ ਜੇ ਕਿ ਇਸ ਵੇਲੇ ਇੱਕ ਘਰ 'ਚ ਇੱਕ ਇਕਬਾਲ ਦੇ ਦਿਓ ਤੁਸੀਂ, ਇਲਾਮਾ ਇਕਬਾਲ, ਤੇ ਫਿਰ ਵੀ ਉਹ ਇੱਕ ਇਕਬਾਲ ਉਸ ਘਰ ਲਈ ਨਹੀਂ, ਬਲਕਿ ਇੱਕ ਬੰਦੇ ਦੇ ਨਾਲ ਇਸ ਵੇਲੇ ਇੱਕ ਇਲਾਮਾ ਇਕਬਾਲ ਲਾ ਦੋ, ਤੇ ਸਰ ਅਸੀਂ ਫਿਰ ਵੀ ਸੁਧਰਨ ਵਾਲੇ ਨਹੀਂ, ਅਸੀਂ ਨਹੀਂ ਮੰਨਣੀ ਕਿਸੇ ਦੀ, ਕਿਉਂਕਿ ਇੱਟ ਅੱਗੇ ਹੁੰਦਾ ਸੀ ਇੱਟ ਪੁੱਟੋ ਤੇ ਚੌਧਰੀ ਹੈ, ਹੁਣ ਇੱਟ ਦੇ ਉੱਤੇ 5 ਚੌਧਰੀ ਬੈਠੇ ਨੇ, ਪੁੱਟਣ ਦੀ ਲੋੜ ਕੋਈ ਨਹੀਂ, ਗੱਲ ਮੰਨਣੀ ਕੋਈ ਨਹੀਂ, ਸੁਣਨੀ ਕੋਈ। ਚਲੇ ਜਾਵਾਂਗੇ ਥੋੜਾ ਜਿਹਾ ਫਲਸਫਿਆਨਾ ਗੱਲ ਹੋ ਜਾਏਗੀ, ਲੇਕਿਨ ਮੇਰਾ ਖਿਆਲ ਹੈ ਕਿ ਇਹਦੇ ਚੋਂ ਵੀ ਕਸੂਰ ਹੈ ਕਿ ਅਸੀਂ ਸਾਰੇ ਸ਼ਿਕੰਜੇ ਦੇ ਵਿੱਚ ਫਸ ਚੁੱਕੇ ਹੋਏ ਆ। ਜਿਹੜਾ ਤੁਸੀਂ ਸ਼ਿਕੰਜਾ ਬਿਆਨ ਕੀਤਾ ਹੈ, 5 ਯਹੂਦ में नहीं हुआ जो इकबाल की जो है ना, वो 5 ਯਹੂਦ में हम आ चुके हुए हैं पूरी तरह से। ਤੁਸੀਂ ਅੱਛਾ ਮੁਜ਼ਮਿਲ ਦੀ ਖਾਹਿਸ਼ ਦੇ ਉੱਤੇ ਤੁਸੀਂ ਬ੍ਰੈਡ ਨੂੰ ਵੀ ਜਿਹੜਾ ਉਹ ਕਰਕੇ ਫੜ ਕੇ ਤੇ ਸਾਈਡ ਤੇ ਕਰ ਦਿੱਤਾ। ਕੈਂਸਰ ਕਾਜ਼ ਦਾ ਇੱਕ ਵੱਡਾ ਸਬਬ ਜਿਹੜਾ ਨਾ ਉਹਦੇ ਵਿੱਚੋਂ ਸਾਡਾ ਬ੍ਰੈਡ ਹੈ, ਚਾਹੇ ਬਰਾਨ ਹੈ ਚਾਹੇ ਦੂਜੀ ਹੈ, ਕੋਈ ਵੀ ਹੈ, ਹਰ ਰੰਗ ਪਾ ਕੇ ਬ੍ਰੇਨ ਕਰ ਦੋ। ਅੱਛਾ, ਮਲਟੀਗ੍ਰੇਨ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ, ਕੁਝ ਆਟਾ ਵੀ ਆ ਗਿਆ। ਅੱਛਾ, ਮੈਂ ਪਿੱਛੇ ਗੱਲ ਕੀਤੀ ਇੱਕ ਜਗ੍ਹਾ ਦੇ ਉੱਤੇ, ਲੋਕਾਂ ਨੇ ਬੜੇ ਕਮੈਂਟਸ ਕੀਤੇ ਨੇ, ਮੈਂ ਇਹਦੇ ਤੇ ਖੁਸ਼ ਹੁੰਨਾ ਔਰ ਮੈਂ ਕੋਈ ਉਹਦੇ ਉੱਤੇ ਅੱਗੋਂ ਕੋਈ ਆਰਗੋ ਹੀ ਨਹੀਂ ਕਰਦਾ, ਮੈਂ ਉਹਦੇ ਤੇ ਕੋਈ ਕਮੈਂਟਸ ਦੇ ਉੱਤੇ ਕੋਈ ਜਵਾਬ ਨਹੀਂ ਕਰਦਾ, ਕੋਈ ਅੱਛਾ ਕਰੇ ਬੁਰਾ ਕਰ ਰਿਹਾ, ਮੈਨੂੰ ਸਿਰਫ ਇੱਕੋ ਹੀ ਗੱਲ ਕੁਰਾਨ ਦੀ ਆਂਦੀ, ਮੇਰਾ ਕੁਰਾਨ ਮੇਰੀ ਰਹਿਨਮਾਈ ਕਰ ਦਿੰਦਾ ਤੇ ਮੈਂ ਚੁੱਪ ਹੋ ਜਾਂਦਾ ਉਹਦੇ ਉੱਤੇ। ਸਬਰ शुक्र। कुरान में अल्लाह फरमाते हैं इलम वाले और बे इलम बराबर नहीं हो सकते। हुण कई बे इलमे इत्थे ने, वो कहणगे लो जी नवीं गल आटा, अगर मल्टीग्रेन मुख्तलिफ चीज़ां नूं मिलाता जाए तो सर किसी तबीब नूं पुछ लो, किसी हकीम नूं पुछ लो कि बई ये जिहड़े इन्हां दे ये सारियां चीज़ां दे मिजाज की ने, ते इन्ने सारे मिजाज एक जगह ते इकट्ठे हो सकते हैं? असीं इहनूं नहीं वेख रहे। साडी एक मार्केटिंग मुहिम आ गई मल्टीग्रेन। अगर 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 मल्टीग्रेन दे उत्ते कोई गल हुंदी, कुछ हो रहा हुंदा, कुछ ऐसा हुंदा, उहदे फायदे हुंदे, तो मैनूं ये बताए सामा भाई कि कितनी चीज़ें अल्लाह ने पैदा की, जनास पैदा की, तो अल्लाह लिए मुश्किल सी एक मल्टीग्रेन आटा, एक मल्टीग्रेन बीज भी पैदा कर सकता है? नहीं कर सकता सी, वो तो साहिब कुदरत है।
वो तो मालिक है, उसने तो सोचना है और कुन हो जाना है कि नहीं होना। बेशक, फिर वो मालिक जिहड़ा है वो मल्टीग्रेन बीज नहीं सी बना सकदा। ਇਹ ਤੇ ਉਹ ਜਿਹੜੇ ਡਾਈਟੀਸ਼ੀਅਨ ਦੀ ਤੁਸੀਂ ਗੱਲ ਕਰਦੇ ਹੋ ਨਾ, ਉਹ ਜਿਹੜੇ ਡਾਈਟੀਸ਼ੀਅਨ ਆ ਗਏ ਜਿਨੇ ਗੋਰੇ ਦੀ ਥਿਊਰੀ ਪੜ੍ਹੀ, ਫਿਰ ਉਹੀ ਗੱਲ ਪੰਜਾ ਯਹੂਦ में गोरे ਦੀ थ्योरी पढ़ी, कम कैलोरीज, इतना कैलोरीज, फलाना ये मिक्स कर दो। वो मिजाजों को समझते नहीं है। कुरान मिजाजों की बात करता है और उन्होंने कोल गल कर लो तो कहते हैं मिजाज मजूज कोई नहीं होते, तुसी पता नहीं कित्थों बनाए ने। कुरान का एक वाक़या है जहाँ पे अल्लाह फरमाते हैं कि जो जन्नती जन्नत में होंगे ना, या उनके लिए जो नक्शे खींचे गए, जन्नत में जन्नतियों के लिए दूध की नहरें होंगी जिसमें शहद शामिल होगा। तो सानू सिर्फ एको इशारा मिलिया कि दूध च शहद पाया जा सकता है, बाकी कुछ नहीं, ये कुरान कह रहे। फिर एक और जगह पे मिलता है कि जब उनको 70 हूरें दी जाएंगी, जो वो वाली बात है 70 हूरों वाली, जिनको वो मिलेंगी तो सारे उन्होंने फिर उत्थे उन्होंने ताकत एनर्जी भी तो चाहिए है ना। तो अल्लाह ने फरमाया कि उन्होंने दे आस्ते परिंदों का गोश्त होगा और अदरक का कावा होगा, परिंदों का गोश्त और अदरक का कावा होगा। इत्थे असीं व्यागरा पिछे तुरे हैं, परिंदे भी मौजूद ने और अदरक भी मौजूद है, ਉਹਦਾ ਕਾਵਾ ਵੀ ਮੌਜੂਦ ਹੈ। ਫਿਰ ਕਿਹਾ ਕਿ ਉਹਨਾਂ ਦੇ ਜਿਹੜਾ ਉਹਦੇ ਚ ਬਹੁਤ ਸਾਰੇ ਅੱਲਾ ਨੇ ਜ਼ਿਕਰ ਕੀਤਾ ਕੁਰਾਨ ਚ ਐਸੀਆਂ ਚੀਜ਼ਾਂ ਉਹਨਾਂ ਦਾ ਕਿ ਇਹਨਾਂ ਦਾ ਮਿਜ਼ਾਜ ਇਹਦੇ ਨਾਲ ਮਿਲਦਾ ਹੋਏਗਾ, ਇਹ ਚੀਜ਼ ਦਾ ਮਿਜ਼ਾਜ ਇਹਦੇ ਨਾਲ ਮਿਲਦਾ ਹੋਏਗਾ। ਅਸੀਂ ਉਹ ਮਿਜ਼ਾਜ ਇੱਥੇ ਕਿਸੇ ਡਾਈਟੀਸ਼ੀਅਨ ਨੂੰ ਪੁੱਛ ਲਓ, ਉਹ ਕਹਿੰਦਾ ਜੀ ਮਿਜ਼ਾਜ ਹੁੰਦਾ ਹੀ ਕੁਝ ਨਹੀਂ, ਪਤਾ ਨਹੀਂ ਕਿੱਥੋਂ ਲਾਏ ਨੇ। ਉਹਨੂੰ ਇਹ ਪੁੱਛੋ ਪਾਕਿਸਤਾਨ ਚ ਕਿੰਨੇ ਮੌਸਮ ਨੇ, ਫਟਾਫਟ ਗਿਣਾ ਦੇਗਾ। ਤੇ ਉਹਨੂੰ ਕੋਈ ਇਹ ਮੌਸਮ ਹੀ ਤੇ ਮਿਜ਼ਾਜ ਨੇ ਕਿ ਨਹੀਂ ਹੈਗੇ? ਬਿਲਕੁਲ ਹੈ, ਬਿਲਕੁਲ ਹੈ। ਅੱਛਾ, ਉਸੇ ਨੂੰ ਡਾਕਟਰ ਨੂੰ ਪੁੱਛ ਲਓ, ਉਸੇ ਡਾਈਟੀਸ਼ੀਅਨ ਨੂੰ ਪੁੱਛ ਲਓ, ਜਾਂ ਜਿਹੜਾ ਡਾਕਟਰ ਜਿਹਨੂੰ ਵਿਚਾਰੇ ਨੂੰ ਗ਼ਜ਼ਾ ਦੀ ਕਿਤਾਬ ਹੀ ਨਹੀਂ ਪੜ੍ਹਾਈ ਗਈ ਉਹਨੂੰ ਵੀ ਪੁੱਛ ਲਓ। ਉਹ ਕਹੇਗਾ ਮਿਜ਼ਾਜ ਪਤਾ ਨਹੀਂ ਕਿੱਥੋਂ ਗੱਲ ਕਰਦੇ ਨੇ। ਉਹਨੂੰ ਪੁੱਛੋ ਕਿ ਸਰ ਠੰਡ ਲੱਗ ਰਹੀ ਹੋਵੇ, ਸਰਦੀ ਲੱਗ ਰਹੀ ਹੋਵੇ, ਤੇ ਉਹ ਜਿਵੇਂ ਉਹ ਡਾਕਟਰ ਕਹਿੰਦਾ ਨਾ ਮਰੀਜ਼ਾਂ ਨੂੰ ਸਭ ਕੁਝ ਖਾ ਲਓ, ਸਭ ਕੁਝ ਖਾਓ, ਕੁਝ ਨਹੀਂ ਹੁੰਦਾ, ਸਭ ਕੁਝ ਖਾ ਸਕਦੇ ਹੋ। ਉਹਨੂੰ ਪੁੱਛੋ ਕਿ ਠੰਡ ਲੱਗ ਰਹੀ ਹੋਵੇ ਤੇ ਫਿਰ ਸਾਰਾ ਕੁਝ ਖਾ ਸਕਦੇ ਹਾਂ। ਮੈਂ ਫਿਰ ਆਈਸਕ੍ਰੀਮ ਵੀ ਖਾਣ ਲੱਗ ਪਵਾਂ, ਮੈਂ ਲੱਸੀ ਵੀ ਪੀਣ ਲੱਗ ਪਵਾਂ, ਮੈਂ ਸਕੰਜ ਵੀ ਬਣਾ ਲਵਾਂ, ਮੈਂ रूह अफ़ज़ा भी बना लवां, जामे शेरी भी बना लवां। तो ਇਹਦਾ मतलब है कि ਅਸੀਂ ਠੰਡੀਆਂ ਚੀਜ਼ਾਂ ਵੀ ਖਾ ਲਈਏ ਤੇ ਜੇ ਸਾਨੂੰ ਗਰਮੀ ਲੱਗ ਰਹੀ ਹੈ, ਲੂ ਲੱਗ ਗਈ ਹੈ, ਸਨ ਸਟ੍ਰੋਕ ਹੋ ਗਿਆ ਤੇ ਫਿਰ ਅਸੀਂ ਯਖਨੀ ਪੀਣ ਲੱਗ ਪਈ, ਅਸੀਂ ਕਾਫੀ ਪੀਣ ਲੱਗ ਪਈ, ਅਸੀਂ ਚਾਹ ਵੀ ਪੀਣ ਲੱਗ ਪਈ, ਲੱਗ समझ आएगी ਤੇ ਲੱਗ समझ जाएगी। सर जो हो रहा होता है ना, मिजाज, कुदरत क्या कहती है, कुदरत क्या सोचती है, कुदरत क्या दिखाती है आपको कि जो हो रहा है उसका क्रॉस डालना है, दूसरी तरफ जाना है। ठंड है तो गर्मी वाल चले जाओ, गर्मी है तो ठंड वाल आ जाओ, खुशकी है तो तरी वाल चले जाओ, तरी है तो खुशकी वाल आ जाओ। सर जदों तानू हबस बहुत लग जाए, घुट लग जाए, पूरा इंज बिल्कुल हबस होया होवे और बाहर एक पत्ता भी ना हिल रहा होवे और तुहाडी जान निकलन दे इंज तानू बाहर लू मसले बने हो, ठीक है। तो सर निज़ामे कुदरत जे अगर जिहड़ा उहनूं फितरत नूं समझदा, जिहड़ा नैचुरलिस्ट आ, माहिर फितरत आ, ਉਹ ਦੱਸ ਦਿੰਦਾ ਜੇ ਬਾਰਿਸ਼ ਕਿ ਜਨਾਬ ਇਹ ਪਹਿਲੋਂ ਹਨੇਰੀ ਆਉਣੀ ਜੇ ਤੇ ਫਿਰ ਬਾਰਿਸ਼ ਪਿੱਛੋਂ ਆਈ। ਉਹ ਬਾਹਰ ਨਿਕਲ ਵੇਦਾ ਕਹਿੰਦਾ ਹਾਲੇ ਤੇ ਕੁਝ ਵੀ ਨਹੀਂ। ਮੈਂ ਉਹਨੂੰ ਕਿਹਾ ਚੱਲ ਸਬਰ ਰੱਖ, ਥੋੜੀ ਦੇਰ ਵੇਖ। ਤੇ ਉਹ ਘੰਟਾ 2-4 ਗੁਜ਼ਰੇ ਤੇ ਉਹਨੇ ਕਿਹਾ ਜਨਾਬ ਹਨੇਰੀ ਆ ਗਈ ਜੇ, ਤੇ ਮੈਂ ਕਿਹਾ ਪਿੱਛੇ ਬਾਰਿਸ਼ ਵੀ ਆਈ ਲੈ। ਕਿਉਂਕਿ ਸਰ ਨਿਜ਼ਾਮੇ ਕੁਦਰਤ ਹੈ ਨਾ। ਅਗਰ ਮੇਰੇ ਇੱਥੇ ਹੱਥ ਤੇ ਖੁਸ਼ਕੀ ਹੋ ਜਾਏ ਤੇ ਮੈਂ ਇਹਦਾ ਹੱਲ ਕੀ ਕਰਾਂਗਾ? ਮੈਂ ਇਹਦੇ ਉੱਤੇ ਕੋਈ ਆਇਲੀ ਚੀਜ਼, ਕੋਈ ਮॉइस्चराइजर, ਲੋਸ਼ਨ ਵਗੈਰਾ ਕੋਈ ਚੀਜ਼ ਤੇ ਲਾਵਾਂਗਾ ਨਾ ਇਹਦੇ ਉੱਤੇ।